ਜਿਹੜੇ ਲੋਕ ਕਹਿੰਦੇ ਸੀਗੇ ਕਿ ਮੋਦੀ ਹੈ ਤਾਂ ਮੁਮਕਿਨ ਹੈ, ਉਹ ਹੁਣ ਕਹਿਣਗੇ ਕਿਸਾਨ ਹੈ ਤਾਂ ਮੁਮਕਿਨ ਹੈ। ਬੇਸ਼ੱਕ ਬੜੀ ਅੜੀ ਕੀਤੀ ਸਰਕਾਰ ਨੇ, ਮੋਦੀ ਸਾਹਿਬ ਨੇ ਜਿੰਨੇ ਬਿੱਲ ਲਿਆਂਦੇ ਵਾਪਸ ਨਹੀਂ ਲਏ ਜੀ, ਪਰ ਇੱਕ ਮਜਬੂਰੀ ਬਣਾ ਦਿੱਤੀ ਹੈ ਇਸ ਅੰਦੋਲਨ ਨੇ, ਇੱਕ ਇਤਿਹਾਸ ਰਚ ਦਿੱਤਾ ਹੈ ਇਸ ਅੰਦੋਲਨ ਨੇ। ਬਹੁਤ ਵੱਡਾ ਇੱਕ ਮੈਂ ਕਹਿੰਦਾ ਇੱਕ ਜਿੱਤ ਹੋਈ ਹੈ, ਸਿੱਖ ਕੌਮ ਦੀ ਜਿੱਤ ਹੋਈ ਹੈ, ਪੰਜਾਬ ਦੀ ਜਿੱਤ ਹੋਈ ਹੈ, ਸਾਡੀ ਪਗੜੀ ਦੀ ਜਿੱਤ ਹੋਈ ਹੈ। ਜੋ ਲਖੀਮਪੁਰ ਵਿੱਚ ਪਿੱਛੇ ਹੋਇਆ ਸੀ ਉਹਦੇ ਬਾਰੇ ਕਿਉਂ ਸੰਸਦ ਦੇ ਵਿੱਚ ਅੱਜ ਤੱਕ ਆਵਾਜ਼ ਨਹੀਂ ਉਠਾਈ ਗਈ? ਉਹਦੇ ਵਾਸਤੇ ਤਾਂ ਕਿਸੇ ਨੇ ਵੀ ਕੁਝ ਨਹੀਂ ਕੀਤਾ। ਕੀ ਕਾਰਨ ਹੋ ਸਕਦੇ ਨੇ? ਥੋੜਾ ਸਮਾਂ ਦਿੰਨੇ ਇਹਨਾਂ ਨੂੰ, ਹਫ਼ਤੇ 10 ਦਿਨ ਦਾ। ਜੇਕਰ ਕੋਈ ਕਾਰਵਾਈ ਹੁੰਦੀ ਆ ਤਾਂ ਠੀਕ ਆ, ਨਹੀਂ ਤਾਂ ਫਿਰ ਲਖੀਮਪੁਰ ਖੀਰੀ ਦੇ ਵਿੱਚ ਜਾ ਕੇ ਅਸੀਂ ਡੇਰੇ ਲਾ ਲਾਂਗੇ। ਉਹਦਾ ਜਿਹੜਾ ਮੋਰਚਾ ਹੁਣ ਖਤਮ ਹੋਣ ਜਾ ਰਿਹਾ, ਹੁਣ ਕੀ ਤੁਸੀਂ ਜਿੰਨੇ ਵੀ ਕਿਸਾਨ ਬਾਰਡਰ ਤੇ ਬੈਠੇ ਵਾਪਸ ਆਪਣੇ ਘਰ ਨੂੰ ਪਰਤ ਰਹੇ ਹੋ? ਐਮਐਸਪੀ ਤੇ ਗਰੰਟੀ ਕਾਨੂੰਨ ਦੀ ਇੱਕ ਕਮੇਟੀ ਬਣਾਉਣ ਦੀ ਅਸੀਂ ਮੰਗ ਕੀਤੀ ਸੀ। ਈਵਨ ਕਿ ਜੋ ਵੀ ਇਸ ਅੰਦੋਲਨ ਦੇ ਵਿੱਚ ਪਰਚੇ ਦਰਜ ਹੋਏ ਸੀ, ਅੱਜ ਸਰਕਾਰ ਨੇ ਲਿਖਤੀ ਜਿਹੜਾ ਮੰਨ ਲਿਆ ਆ ਕਿ ਉਹਨਾਂ ਨੂੰ ਤੁਰੰਤ ਅਸੀਂ ਵਾਪਸ ਲਵਾਂਗੇ, ਉਹ ਕੇਸ ਜਿਹੜੇ ਆ ਰੱਦ ਕਰਾਂਗੇ। ਪਰਾਲੀ ਨੂੰ ਜਲਾਉਂਦੇ ਆ ਤੇ ਧੂਆਂ ਹੁੰਦਾ ਆ, ਜੋ ਦਿੱਲੀ ਵੱਲ ਵੀ ਜਾਂਦਾ ਸੀ, ਉਹ ਕਿਤੇ ਨਾ ਕਿਤੇ ਉਹ ਇੱਕ ਵੱਡਾ ਸਾਡੇ ਤੇ ਇੱਕ ਧੱਬਾ ਲੱਗਾ ਸੀ। ਧਰਨੇ ਨੂੰ ਸਮਾਪਤ ਕਰਾਂਗੇ ਪਰ ਅੰਦੋਲਨ ਸਾਡਾ ਜਾਰੀ ਰਹੂਗਾ। ਤੁਹਾਨੂੰ ਨਹੀਂ ਲੱਗਦਾ ਕਿ ਜਿੰਨੀ ਦੇਰ ਤੱਕ ਤੁਹਾਡੇ ਹੱਥ ਵਿੱਚ ਪ੍ਰਧਾਨ ਮੰਤਰੀ ਦੀ ਚਿੱਠੀ ਨਹੀਂ ਆਉਂਦੀ ਹੈ, ਉਨੀ ਦੇਰ ਤੱਕ ਤੁਹਾਨੂੰ ਦਿੱਲੀ ਦੇ ਬਾਰਡਰ ਤੋਂ ਮੁੜ ਪੰਜਾਬ ਵੱਲ ਜਾਂ ਆਪਣੇ ਪਿੰਡਾਂ ਵੱਲ ਪਰਤ ਕੇ ਨਹੀਂ ਜਾਣਾ ਚਾਹੀਦਾ? ਤੁਹਾਨੂੰ ਕਿੰਨੇ % ਯਕੀਨ ਹੈ ਕਿ ਕੱਲ ਨੂੰ ਤੁਹਾਨੂੰ ਪੇਪਰ ਸਿਗਨੇਚਰ ਹੋ ਕੇ ਮਿਲ ਜਾਣਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ USA ਚੈਨਲ। ਮੈਂ ਹਾਂ ਚਰਨਜੀਤ ਕੌਰ UK ਤੋਂ। ਆਪਾਂ ਇਸ ਸਮੇਂ ਜੁੜ ਚੁੱਕੇ ਹਾਂ ਸਾਡੇ ਬੜੇ ਹੀ ਸਤਿਕਾਰਯੋਗ ਸਰਦਾਰ ਜੰਗਵੀਰ ਸਿੰਘ ਚੌਹਾਨ, ਜੋ ਪ੍ਰਧਾਨ ਦੁਆਬਾ ਕਿਸਾਨ ਕਮੇਟੀ ਪੰਜਾਬ, ਮੈਂਬਰ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਹਨ। ਸੋ ਆਪਾਂ ਉਹਨਾਂ ਦੇ ਨਾਲ ਜੁੜ ਚੁੱਕੇ ਹਾਂ। ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਤੋਂ ਜਾਣਨਾ ਚਾਹਾਂਗੇ ਕਿਉਂਕਿ ਲੋਕ ਵੀ ਇਹਨਾਂ ਤੋਂ ਕਾਫੀ ਕੁਝ ਜਾਣਨਾ ਚਾਹੁੰਦੇ ਹਨ। ਇਸ ਸਮਾਂ ਦੇ ਹਾਲਾਤ ਕੀ ਨੇ? 1 ਸਾਲ ਹੋ ਗਿਆ ਕਿਸਾਨਾਂ ਨੂੰ ਉੱਥੇ ਧਰਨੇ ਦਿੰਦੇ ਹੋਏ। ਠੀਕ ਹੈ, ਕਿਸਾਨਾਂ ਦੀ ਜਿੱਤ ਹੋਈ ਹੈ, MSP 3 ਕਾਲੇ ਕਾਨੂੰਨ ਰੱਦ ਹੋਏ ਨੇ, ਕਿਸਾਨ ਖੁਸ਼ੀ ਵਿੱਚ ਨੇ। ਦੇਖਿਆ ਜਾਵੇ ਸਮੁੱਚਾ ਹਿੰਦੁਸਤਾਨ ਖੁਸ਼ੀ ਵਿੱਚ ਹੈ ਕਿਉਂਕਿ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਉੱਪਰ ਧਰਨਾ ਲੱਗਾ ਹੋਇਆ ਸੀਗਾ। ਨਾ ਕਿਸਾਨਾਂ ਨੇ ਠੰਡ ਦੇਖੀ, ਨਾ ਗਰਮੀ ਵੇਖੀ। ਬਰਸਾਤਾਂ ਵੀ ਹੋਈਆਂ, ਗਰਮੀਆਂ ਵੀ ਭਿਆਨਕ ਪਈਆਂ। ਬਹੁਤ ਕੁਝ ਚੱਲਦਾ ਆਇਆ ਇੱਥੇ ਪੂਰਾ ਸਾਲ। ਆਪ ਜੀ ਨੇ ਸਾਰਾ TV ਦੇ ਰਾਹੀਂ, ਪੰਜਾਬੀ ਵਿਰਾਸਤ ਦੇ ਰਾਹੀਂ ਸਾਰੀਆਂ ਖਬਰਾਂ ਦੇਖੀਆਂ ਨੇ। ਸੋ ਜਿੱਥੇ ਇੰਨਾ ਕੁਝ ਉੱਥੇ ਵਾਪਰਿਆ ਹੈਗਾ, ਹੁਣ ਇਸ ਸਮੇਂ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਸਰਦਾਰ ਜਗਵੀਰ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ, ਆਪਾਂ ਇਹਨਾਂ ਨੂੰ ਪੰਜਾਬੀ ਵਿਰਾਸਤ UK ਚੈਨਲ ਦੇ ਉੱਪਰ, USA ਚੈਨਲ ਦੇ ਉੱਪਰ ਆਪਾਂ ਇਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਨਾਲ ਦੀ ਸਾਂਝ ਪਾਉਂਦੇ ਹਾਂ ਤੇ ਬਾਅਦ ਨੂੰ ਆਪਾਂ ਇਹਨਾਂ ਨੂੰ ਬਾਕੀ ਦੇ ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿਰਾਸਤ USA ਚੈਨਲ ਦਾ ਬਹੁਤ-ਬਹੁਤ ਧੰਨਵਾਦ। ਸਾਰਿਆਂ ਸਰੋਤਿਆਂ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਹੁਤ-ਬਹੁਤ ਧੰਨਵਾਦ। ਸੋ ਸਰ ਜੀ, ਆਪ ਜੀ ਇਸ ਸਮੇਂ ਦਿੱਲੀ ਦੇ ਵਿੱਚ ਸਿੰਘੂ ਬਾਰਡਰ ਤੇ ਬੈਠੇ ਹੋਏ ਹੋ। ਪਿੱਛੇ ਤੰਬੂ ਲੱਗਾ ਹੋਇਆ ਤੇ ਇਸ ਸਮੇਂ ਤੁਸੀਂ ਉੱਥੇ ਹਾਜ਼ਰ ਹੋ। ਸੋ ਅਸੀਂ ਤੇ ਜਿਹੜੇ ਕਿ ਲੋਕ ਹੈਗੇ ਨੇ, ਜਿੰਨੇ ਵੀ ਸਾਰੀ ਖਲਕਤ, ਸਭ ਤੋਂ ਪਹਿਲਾਂ ਤੁਹਾਨੂੰ ਤੇ ਤੁਹਾਡੇ ਸਾਰੀ ਜਿਹੜੀ ਸੰਯੁਕਤ ਕਮੇਟੀ ਦੇ ਮੈਂਬਰ ਸਾਹਿਬਾਨ, ਉਹਨਾਂ ਸਾਰਿਆਂ ਨੂੰ ਵਧਾਈ ਦਿੰਦੀ ਹੈ ਕਿ ਆਪ ਜੀ ਨੇ ਇਹ ਮੋਰਚਾ ਫਤਿਹ ਕੀਤਾ ਹੈਗਾ। ਸੋ ਨਾਲ ਦੀ ਨਾਲ ਇੱਥੇ ਇੱਕ ਬੜਾ ਅਹਿਮ ਸਵਾਲ ਉੱਠਦਾ ਹੈ ਕਿ ਜੋ ਲਖੀਮਪੁਰ ਵਿੱਚ ਪਿੱਛੇ ਹੋਇਆ ਸੀ, ਉਹਦੇ ਬਾਰੇ ਕਿਉਂ ਸੰਸਦ ਦੇ ਵਿੱਚ ਅੱਜ ਤੱਕ ਆਵਾਜ਼ ਨਹੀਂ ਉਠਾਈ ਗਈ? ਉਹਦੇ ਵਾਸਤੇ ਤਾਂ ਕਿਸੇ ਨੇ ਵੀ ਕੁਝ ਨਹੀਂ ਕੀਤਾ। ਕੀ ਕਾਰਨ ਹੋ ਸਕਦੇ ਨੇ?
ਦੇਖੋ ਇਸ ਤਰ੍ਹਾਂ ਹੈ ਭੈਣ ਜੀ, ਪਹਿਲਾਂ ਤਾਂ ਮੈਂ ਸਾਰੇ ਹੀ ਦੇਸ਼ ਵਿਦੇਸ਼ ਦੀਆਂ ਜਿੰਨੀਆਂ ਵੀ ਸੰਗਤਾਂ ਆ, ਸਾਡੇ NRI ਵੀਰ ਆ, ਸਮਾਜਿਕ ਧਾਰਮਿਕ ਜਥੇਬੰਦੀਆਂ ਆ, ਸਾਰੀਆਂ ਦਾ ਮੈਂ ਪਹਿਲਾਂ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਧੰਨਵਾਦ ਕਰਦਾ, ਕਿਉਂਕਿ ਪਿਛਲੇ ਇੱਕ ਸਾਲ ਤੋਂ ਵੱਧ ਸਮਾਂ ਸਾਨੂੰ ਇਹਨਾਂ ਬਾਰਡਰਾਂ ਤੇ ਬੈਠਿਆਂ ਨੂੰ ਹੋ ਗਿਆ ਤੇ ਤਨ ਮਨ ਧਨ ਦੇ ਨਾਲ ਜਿਹੜੀ ਸੇਵਾ ਕੀਤੀ ਹੈ ਤੇ ਇਸ ਅੰਦੋਲਨ ਨੂੰ ਜਿੱਤਣ ਦੇ ਵਿੱਚ ਜਿਹੜੀ ਕਾਮਯਾਬੀ ਹੋਈ ਹੈ ਤੇ ਸਾਰੇ ਭੈਣਾਂ ਭਰਾਵਾਂ ਦੇ ਸਹਿਯੋਗ ਦੇ ਨਾਲ ਹੋਈ ਹੈ ਤੇ ਸਾਰਿਆਂ ਵੀਰਾਂ ਭੈਣਾਂ ਤੇ ਛੋਟੇ ਛੋਟੇ ਬੱਚਿਆਂ ਦਾ ਜਿਹੜੇ ਇਸ ਅੰਦੋਲਨ ਦੇ ਦੌਰਾਨ SKM ਵੱਲੋਂ ਕੋਈ ਵੀ ਕਾਲ ਆਉਂਦੀ ਸੀ, ਉੱਥੇ ਵੱਖ-ਵੱਖ ਤਰ੍ਹਾਂ ਦੀਆਂ, ਜਿਸ ਤਰ੍ਹਾਂ UK ਦੇ ਵਿੱਚ, USA ਦੇ ਵਿੱਚ ਸਾਰੇ ਚੌਂਕਾਂ ਦੇ ਵਿੱਚ ਖੜੇ ਹੋ ਕੇ, ਸਾਰੇ ਦਫ਼ਤਰਾਂ ਦੇ ਮੂਹਰੇ ਖੜੇ ਹੋ ਕੇ ਉਹਨਾਂ ਨੇ ਰੋਸ ਮੁਜ਼ਾਹਰੇ ਕੀਤੇ ਆ। ਸਾਰਿਆਂ ਦਾ ਮੈਂ ਪਹਿਲਾਂ ਬਹੁਤ-ਬਹੁਤ ਧੰਨਵਾਦ ਕਰਦਾ। ਔਰ ਦੂਸਰੀ ਗੱਲ ਤੁਸੀਂ ਕੀਤੀ ਸੀ ਲਖੀਮਪੁਰ ਖੀਰੀ ਦੀ। ਦੇਖੋ 1 ਸਾਲ ਤੋਂ ਵੱਧ ਸਮਾਂ ਇੱਥੇ ਹੋ ਗਿਆ ਜੀ। ਲਖੀਮਪੁਰ ਖੀਰੀ ਦਾ ਕੇਸ ਹੋਵੇ ਜਾਂ ਕੋਈ ਵੀ ਜਿੰਨੇ ਵੀ ਇਸ ਅੰਦੋਲਨ ਦੇ ਦੌਰਾਨ ਕੇਸ ਹੋਏ ਆ ਜੀ, ਔਰ 7 ਜੂਨ ਤੋਂ ਲੈ ਕੇ 10 ਦਸੰਬਰ ਤੱਕ ਸਾਡਾ ਉਹਨਾਂ ਦੇ ਨਾਲ ਗੱਲਬਾਤ ਹੋ ਗਈ ਆ, ਪ੍ਰਸ਼ਾਸਨ ਨਾਲ ਗੱਲਬਾਤ ਹੋਈ ਆ, ਸਰਕਾਰ ਦੇ ਨਾਲ ਗੱਲਬਾਤ ਹੋਈ ਹੈ। ਉਹ ਸਾਰੇ ਕੇਸ ਉਹਨਾਂ ਨੇ ਖਤਮ ਕਰਨ ਦੀ ਗੱਲ ਕੀਤੀ ਹੈ। ਦੇਖੋ ਜਿਹੜਾ ਰਾਜ ਗ੍ਰਹਿ ਮੰਤਰੀ ਹੈ ਉਹਨੂੰ ਉਹਦੇ ਪਦ ਤੋਂ ਹਟਾਉਣ ਵਾਸਤੇ ਵੀ ਜਿਹੜਾ ਆ ਅਸੀਂ ਆਵਾਜ਼ ਬੁਲੰਦ ਕੀਤੀ ਹੋਈ ਹੈ ਜੀ। ਔਰ ਅੱਜ ਵੀ SKM ਪੂਰਾ ਇਕੱਠਾ ਆ। ਬੇਸ਼ੱਕ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕੋਈ ਇਹਦੇ ਬਾਰੇ ਕੋਈ ਗੱਲ ਨਹੀਂ ਕਹੀ, ਪਰ ਉਹਦੀ ਤਫਤੀਸ਼ ਹਾਲੇ ਤੱਕ ਜਾਰੀ ਹੈ। SKM ਪਹਿਲਾਂ ਵੀ ਇਕੱਠਾ ਸੀ, ਹੁਣ ਵੀ ਇਕੱਠਾ ਆ ਤੇ ਬਾਅਦ ਚ ਵੀ ਇਕੱਠਾ ਰਹੂਗਾ। ਤੇ ਇਹ ਜਿਹੜਾ ਲਖੀਮਪੁਰ ਖੀਰੀ ਦਾ ਮਸਲਾ ਬੜਾ ਅਹਿਮ ਆ, ਪੂਰੇ ਦੇਸ਼ ਦਾ ਮਸਲਾ ਜਿਹੜਾ ਬੜਾ ਅਹਿਮ ਆ। ਸਾਰੀਆਂ ਮੰਗਾਂ ਤਕਰੀਬਨ ਜਿਹੜੀਆਂ ਸਰਕਾਰ ਨੇ ਮੰਨ ਲਈਆਂ ਆ। ਬਿਲਕੁਲ ਉਹਨੂੰ ਉਹਦੇ ਗ੍ਰਹਿ ਰਾਜ ਮੰਤਰੀ ਨੂੰ ਉਹਦੇ ਪਦ ਤੋਂ ਵੀ ਹਟਾਇਆ ਜਾਏਗਾ, ਦੋਸ਼ੀਆਂ ਨੂੰ ਸਜ਼ਾ ਵੀ ਦਿੱਤੀ ਜਾਏਗੀ ਤੇ ਸਾਰੇ ਜਿਹੜੇ ਆ ਮਸਲੇ ਹੱਲ ਕੀਤੇ ਜਾਣਗੇ। ਸੋ ਪਰ ਮੇਰਾ ਸਵਾਲ ਇੱਥੇ ਹੁੰਦਾ ਕਿ ਜਿਹੜੇ ਲਖੀਮਪੁਰ ਚ ਜਿਹੜਾ ਉੱਥੋਂ ਦਾ MP ਸੀ ਤੇ ਜੋ ਉਹਦਾ ਪੁੱਤਰ ਸੀਗਾ, ਉਹਨਾਂ ਨੂੰ ਅੱਜ ਦੇ ਕਿਉਂ ਗ੍ਰਿਫਤਾਰ ਨਹੀਂ ਕੀਤਾ ਜਾਂਦਾ? ਕਿ ਉਹਦੇ ਚ ਕਿਹਾ ਜਾਂਦਾ ਹੈਗਾ ਕਿ ਉਹਨੂੰ ਕੀਤਾ ਜਾਵੇਗਾ ਦਾ ਵਿੱਚ ਬਹੁਤ ਵੱਡਾ ਕੁਐਸਚਨ ਮਾਰਕ ਲੱਗ ਜਾਂਦਾ ਹੈ ਕਿ ਕਿਸਾਨ ਧਰਨਿਆਂ ਦੇ ਜਿਹੜੇ ਵੀ ਮੰਗਾਂ ਮੰਨ ਲਈਆਂ ਗਈਆਂ ਹਨ ਤੇ ਫਿਰ ਉੱਥੇ ਛੇਤੀ ਕਾਰਵਾਈ ਕਿਉਂ ਨਹੀਂ ਹੁੰਦੀ ਹੈ? ਕਿਉਂਕਿ ਜਿਨ੍ਹਾਂ ਦੇ ਘਰ ਦੇ ਜੀ ਜਾਣੇ ਸਨ ਉਹਨਾਂ ਨੇ ਉਸੇ ਵੇਲੇ ਖਤਮ ਕਰ ਦਿੱਤੇ, ਉਹ ਵਿਚਾਰੇ ਉੱਥੇ ਸ਼ਹੀਦ ਹੋ ਗਏ, ਫੱਟੜ ਹੋ ਗਏ ਕਾਫੀ ਹੈ ਲੋਕ ਉੱਥੇ। ਤੇ ਪਰ ਜਾਵੇਗਾ ਦਾ ਅਰਥ ਕੀ ਨਿਕਲਦਾ ਇੱਥੇ? ਦੇਖੋ ਜਿਹੜਾ ਉਹ ਕਹਿੰਦੇਗਾ ਜਾਵੇਗਾ, ਹੁਣ ਅਸੀਂ ਇਹਨਾਂ ਬਾਰਡਰਾਂ ਤੇ ਬੈਠੇ ਹੋਏ ਨੇ, ਤਕਰੀਬਨ ਸਾਲ ਤੋਂ ਉੱਪਰ ਹੋ ਚੁੱਕਾ ਆ। ਇੱਕ ਵੱਡਾ ਅੰਦੋਲਨ ਅਸੀਂ ਜਿੱਤ ਚੁੱਕੇ ਆ। ਮੈਂ ਤੁਹਾਨੂੰ ਪਹਿਲਾਂ ਵੀ ਇਹੀ ਸਪਸ਼ਟ ਕੀਤਾ ਕਿ SKM ਹਾਲੇ ਵੀ ਇਕੱਠਾ ਆ। ਹੁਣ ਦੇਖਦੇ ਆ, ਥੋੜਾ ਸਮਾਂ ਦਿੰਦੇ ਆ ਉਹਨਾਂ ਨੂੰ, ਹਫ਼ਤੇ 10 ਦਿਨ ਦਾ। ਜੇਕਰ ਕੋਈ ਕਾਰਵਾਈ ਹੁੰਦੀ ਆ ਤਾਂ ਠੀਕ ਆ, ਨਹੀਂ ਤਾਂ ਫਿਰ ਲਖੀਮਪੁਰ ਖੀਰੀ ਦੇ ਵਿੱਚ ਜਾ ਕੇ ਅਸੀਂ ਡੇਰੇ ਲਾ ਲਾਂਗੇ। ਅਸੀਂ ਸਰਕਾਰ ਦਾ ਪਿੱਛਾ ਥੋੜੀ ਨਾ ਛੱਡਾਂਗੇ। ਬਿਲਕੁਲ ਉਹਨਾਂ ਦੀ ਇੱਥੋਂ ਦਾ ਜਿਹੜਾ ਮੋਰਚਾ ਹੁਣ ਖਤਮ ਹੋਣ ਜਾ ਰਿਹਾ, ਹੁਣ ਕੀ ਤੁਸੀਂ ਜਿੰਨੇ ਵੀ ਕਿਸਾਨ ਬਾਰਡਰ ਤੇ ਬੈਠੇ ਵਾਪਸ ਆਪਣੇ ਘਰ ਨੂੰ ਪਰਤ ਰਹੇ ਹੋ? ਦੇਖੋ ਗੱਲ ਇਸ ਤਰ੍ਹਾਂ, 3 ਬਿੱਲ ਜਿਹੜੇ ਆ ਵਾਪਸ ਹੋ ਗਏ ਆ ਜੀ। ਪਿਛਲੇ ਪਵਿੱਤਰ ਦਿਹਾੜੇ ਤੇ, ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਦੇ ਦਿਹਾੜੇ ਤੇ ਇੱਕ ਮੋਦੀ ਸਾਹਿਬ ਨੇ ਜਿਹੜੇ ਬਿੱਲ ਵਾਪਸ ਲੈਣ ਦੀ ਗੱਲ ਕੀਤੀ ਸੀ, ਮੈਂ ਕਹਿੰਦਾ ਬਹੁਤ ਵੱਡੀ ਉਸ ਦਿਨ ਜਿੱਤ ਹੋਈ ਹੈ। ਔਰ ਨਾਲ ਦੀ ਨਾਲ ਕੁਝ ਸਾਡੀਆਂ ਮੰਗਾਂ ਜਿੱਦਾਂ ਕਿ MSP ਤੇ ਗਰੰਟੀ ਕਾਨੂੰਨ ਦੀ ਇੱਕ ਕਮੇਟੀ ਬਣਾਉਣ ਦੀ ਅਸੀਂ ਮੰਗ ਕੀਤੀ ਸੀ, ਉਹ ਵੀ ਕਿਤੇ ਨਾ ਕਿਤੇ ਅੱਜ ਤੇ ਕੱਲ ਦੇ ਵਿੱਚ 2-3 ਮੀਟਿੰਗਾਂ ਹੋਈਆਂ, ਉਹਦੇ ਵਿੱਚ ਫਾਈਨਲ ਹੋ ਗਈ ਆ। ਤੇ ਜਿੰਨੇ ਵੀ ਕੇਸ ਸਾਡੇ ਇਸ ਅੰਦੋਲਨ ਦੇ ਦੌਰਾਨ ਦਰਜ ਹੋਏ ਸੀ, ਬੇਸ਼ੱਕ ਉਹ ਕਿਸਾਨ ਹੋਣ, ਨੌਜਵਾਨ ਹੋਣ, ਬੇਸ਼ੱਕ 26 ਜਨਵਰੀ ਦੀ ਘਟਨਾ ਹੋਵੇ, ਜਿਸ ਤਰ੍ਹਾਂ 7 ਜੂਨ ਤੋਂ ਜਿਸ ਤਰ੍ਹਾਂ ਅਸੀਂ ਪੰਜਾਬ ਤੋਂ ਅੰਦੋਲਨ ਸ਼ੁਰੂ ਕੀਤਾ ਸੀ ਤੇ ਅੱਜ ਦਿੱਲੀ ਦੇ ਬਾਰਡਰਾਂ ਤੇ 10 ਦਸੰਬਰ ਦੀ ਗੱਲ ਕਰਦੇ ਆ। ਔਰ ਸਾਰਾ ਕੁੱਲ ਮਿਲਾ ਕੇ ਜਿੰਨੇ ਵੀ ਸਾਡੇ NRI ਵੀਰਾਂ ਤੇ NIA ਦੇ ਪਰਚੇ ਨੋਟਿਸ ਜਾਰੀ ਕੀਤੇ ਆ, ਬੇਸ਼ੱਕ ਕਾਲੀ ਸੂਚੀ ਚ ਨਾ ਪਾਏ ਆ, ਬੇਸ਼ੱਕ 26 ਜਨਵਰੀ ਨੂੰ ਦਿੱਲੀ ਜਾਂਦੇ ਆ, 26 ਜਨਵਰੀ ਨੂੰ ਜੋ ਘਟਨਾਵਾਂ ਹੋਈਆਂ ਨੌਜਵਾਨਾਂ, ਬਜ਼ੁਰਗਾਂ ਤੇ ਸਾਰਿਆਂ ਤੇ ਕੇਸ ਦਰਜ ਹੋਏ, ਈਵਨ ਕਿ ਜੋ ਵੀ ਇਸ ਅੰਦੋਲਨ ਦੇ ਵਿੱਚ ਪਰਚੇ ਦਰਜ ਹੋਏ ਸੀ, ਅੱਜ ਸਰਕਾਰ ਨੇ ਲਿਖਤੀ ਜਿਹੜਾ ਮੰਨ ਲਿਆ ਆ ਕਿ ਉਹਨਾਂ ਨੂੰ ਤੁਰੰਤ ਅਸੀਂ ਵਾਪਸ ਲਵਾਂਗੇ, ਉਹ ਕੇਸ ਜਿਹੜੇ ਆ ਰੱਦ ਕਰਾਂਗੇ। ਔਰ ਨਾਲ ਦੀ ਨਾਲ ਜਿੰਨੇ ਵੀ ਸ਼ਹੀਦ ਪਰਿਵਾਰ ਸੀ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਈਆ ਜਿਹੜਾ ਮੁਆਵਜ਼ਾ ਦੇਣ ਦੀ ਵੀ ਗੱਲ ਉਹਨਾਂ ਨੇ ਮੰਨ ਲਈ ਹੈ। ਤੇ ਬਿਜਲੀ ਬਿੱਲ 2020 ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਜਦੋਂ ਅਸੀਂ ਇਹ ਬਿੱਲ ਪੇਸ਼ ਕਰਾਂਗੇ, ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਲਵਾਂਗੇ, ਪੂਰਾ ਸਲਾਹ ਕਰਕੇ ਮਸ਼ਵਰਾ ਕਰਕੇ ਫੇਰ
ਇਹ ਜਿਹੜਾ ਉਹ ਬਿੱਲ ਪੇਸ਼ ਕਰਾਂਗੇ, ਅਦਰਵਾਈਜ਼ ਅਸੀਂ ਨਹੀਂ ਕਰਦੇ। ਔਰ ਪੋਲਿਊਸ਼ਨ ਦੇ ਮੁੱਦੇ ਦੀ ਗੱਲ ਸੀ, ਪਰਾਲੀ ਦੇ ਮੁੱਦੇ ਦੀ ਗੱਲ ਸੀ ਕਿ ਪੋਲਿਊਸ਼ਨ ਹੁੰਦਾ ਆ, ਕਿਸਾਨ ਪਰਾਲੀ ਨੂੰ ਜਲਾਉਂਦੇ ਆ ਤੇ ਧੂਆਂ ਹੁੰਦਾ ਆ, ਤੇ ਦਿੱਲੀ ਵੱਲ ਵੀ ਜਾਂਦਾ ਸੀ। ਉਹ ਕਿਤੇ ਨਾ ਕਿਤੇ ਉਹ ਇੱਕ ਵੱਡਾ ਸਾਡੇ ਤੇ ਇੱਕ ਧੱਬਾ ਲੱਗਾ ਸੀ, ਉਹਦੇ ਵਿੱਚ ਕੋਈ 14 ਤੇ 15 ਨੰਬਰ ਮੱਦ ਹਟਾ ਦਿੱਤੀ ਗਈ ਹੈ ਕਿ ਜਿਹੜਾ ਇਹਨਾਂ ਤੇ ਕੋਈ ਪਰਚਾ ਨਹੀਂ ਦਰਜ ਹੋਊਗਾ, ਇਹਨਾਂ ਤੇ ਕੋਈ ਜੁਰਮਾਨਾ ਨਹੀਂ ਹੋਊਗਾ। ਕਿਤੇ ਨਾ ਕਿਤੇ ਬਹੁਤ ਸਾਰੀਆਂ ਤਕਰੀਬਨ ਮੰਗਾਂ ਮੰਨ ਲਈਆਂ ਗਈਆਂ ਆ। ਔਰ ਅੱਜ ਜਿਹੜਾ ਆ ਬੜਾ ਇਸ ਬਾਰਡਰਾਂ ਤੇ ਜਿਸ ਤਰ੍ਹਾਂ ਅੱਜ ਫਾਈਨਲ ਫੈਸਲਾ ਆਇਆ ਸਰਕਾਰ ਦੇ ਨਾਲ, ਕਈ ਦਿਨਾਂ ਤੋਂ ਇਹ ਮੰਗ ਜਿਹੜੀ ਆ ਅੜਦੀ ਆ ਰਹੀ ਸੀ, ਕਿਤੇ ਨਾ ਕਿਤੇ ਸਮਝੌਤਾ ਨਹੀਂ ਸੀ ਹੋ ਰਿਹਾ ਸਰਕਾਰ ਦੇ ਨਾਲ। ਔਰ ਅਸੀਂ ਇਹ ਮੋਰਚਾ ਹੁਣ ਸਸਪੈਂਡ ਕਰਾਂਗੇ, ਇਹਨੂੰ ਧਰਨੇ ਨੂੰ ਸਮਾਪਤ ਕਰਾਂਗੇ, ਪਰ ਅੰਦੋਲਨ ਜਿਹੜਾ ਅੰਦੋਲਨ ਸਾਡਾ ਜਾਰੀ ਰਹੂਗਾ। ਉਹਦੀ ਦਿਸ਼ਾ ਹੋਰ ਹੋਊਗੀ, ਉਹਦੀ ਰੂਪਰੇਖਾ ਸਾਡੀ ਹੋਰ ਹੋਊਗੀ, ਕਿਉਂਕਿ ਇਹਨਾਂ ਬਾਰਡਰਾਂ ਤੇ ਬੈਠਿਆਂ ਨੂੰ 1 ਸਾਲ ਤੋਂ ਵੱਧ ਸਮਾਂ ਹੋ ਗਿਆ। ਤੁਹਾਨੂੰ ਨਹੀਂ ਲੱਗਦਾ ਕਿ ਜਿੰਨੀ ਦੇਰ ਤੱਕ ਤੁਹਾਡੇ ਹੱਥ ਵਿੱਚ ਪ੍ਰਧਾਨ ਮੰਤਰੀ ਦੀ ਚਿੱਠੀ ਨਹੀਂ ਆਉਂਦੀ ਹੈ, ਉਨੀ ਦੇਰ ਤੱਕ ਤੁਹਾਨੂੰ ਦਿੱਲੀ ਦੇ ਬਾਰਡਰ ਤੋਂ ਮੁੜ ਪੰਜਾਬ ਵੱਲ ਜਾਂ ਆਪਣੇ ਆਪਣੇ ਪਿੰਡਾਂ ਵੱਲ ਪਰਤ ਕੇ ਨਹੀਂ ਜਾਣਾ ਚਾਹੀਦਾ? ਕਿਉਂਕਿ ਸਰਕਾਰ ਹੈ, ਕੁਝ ਵੀ ਕਰ ਸਕਦੀ। ਸਰਕਾਰ ਨੇ ਸਿਰਫ, ਲੋਕੀ ਕਹਿੰਦੇ ਨੇ ਕਿ ਸਰਕਾਰ ਨੇ ਸਿਰਫ ਬੋਲਣ ਦੇ ਨਾਲ ਹੀ ਇਸ ਨੂੰ ਬਿਆਨ ਕੀਤਾ ਹੈਗਾ, ਜ਼ੁਬਾਨ ਨਹੀਂ ਕੀ ਹੈ। ਜਿੰਨੀ ਦੇਰ ਤੱਕ ਸਾਡੇ ਕੋਲ ਬਲੈਕ ਐਂਡ ਵਾਈਟ ਪੇਪਰ ਤੇ ਨਹੀਂ ਹੁੰਦਾ, ਤੁਸੀਂ ਮਤਲਬ ਕਿ ਕਿਵੇਂ ਇਸ ਨੂੰ ਇੱਥੇ ਅੰਦੋਲਨ ਖਤਮ ਕਰਕੇ ਆਪਣੇ ਘਰਾਂ ਨਾਲ? ਠੀਕ ਕਿਹਾ ਤੁਸੀਂ ਭੈਣ ਜੀ, ਬਿਲਕੁਲ ਠੀਕ, ਸਬਰਾ ਸਾਹਿਬ ਠੀਕ ਕਿਹਾ ਆ। ਇਹ ਅੱਜ ਦਾ ਕਿਸਾਨ ਬਿਲਕੁਲ ਪੜ੍ਹਿਆ ਲਿਖਿਆ ਨੇ, ਕਿਸਾਨ ਯੂਨੀਅਨਾਂ ਦੇ ਵਿੱਚ ਸਾਡੇ ਕਾਫੀ ਪੜ੍ਹੇ ਲਿਖੇ ਲੀਡਰਸ ਨੇ, ਇਹ ਬੜੀ ਜਾਣਕਾਰ ਨੇ ਸਾਰੇ। ਔਰ ਅੱਜ ਇਸੇ ਕਰਕੇ ਜਿਹੜਾ ਅੱਜ ਫਾਈਨਲ ਫੈਸਲਾ ਨਹੀਂ ਲਿਆ, ਜਿਹੜਾ ਸਰਕਾਰ ਦੀ ਮੋਹਰ ਹਾਲੇ ਤੱਕ ਉਹਨਾਂ ਦੇ ਕਾਗਜ਼ ਤੇ ਲੱਗਣੇ ਵਾਲੀ ਬਾਕੀ ਆ, ਲਿਖਤੀ ਜਿਹੜਾ ਐਗਰੀਮੈਂਟ ਹੋਣੇ ਵਾਲਾ ਬਾਕੀ ਆ। ਉਹ ਆਸ ਆ ਕਿ ਕੱਲ ਸਵੇਰੇ 11 ਵਜੇ ਤੱਕ ਜਿਹੜਾ ਹੋਮ ਮਿਨਿਸਟਰ ਵੱਲੋਂ ਜਿਹੜਾ ਉਹ ਲਿਖ ਕੇ ਕੱਲ ਸਾਡੇ ਕਾਗਜ਼ ਹੱਥਾਂ ਦੇ ਵਿੱਚ ਆ ਜਾਊਗਾ। ਜਦੋਂ ਤੱਕ ਲਿਖਤ ਨਹੀਂ ਆ ਜਾਂਦੀ ਉਹਨਾਂ ਚਿਰ ਤਾਂ ਅਸੀਂ ਵੀ ਨਹੀਂ ਭਰੋਸਾ ਕਰਦੇ, ਕਿਉਂਕਿ ਵਾਅਦੇ ਤਾਂ ਦਾਅਵੇ ਤਾਂ ਪਹਿਲਾਂ ਸਰਕਾਰਾਂ ਬਹੁਤ ਵੱਡੇ ਵੱਡੇ ਕਰ ਚੁੱਕੇ ਆ। ਉਹ ਲਿਖਤੀ ਹੋਣ ਤੋਂ ਬਾਅਦ ਹੀ ਅਸੀਂ ਜਿਹੜਾ ਕੱਲ ਇਹ ਧਰਨੇ ਨੂੰ ਸਮਾਪਤ ਕਰਨ ਦੀ ਗੱਲ ਕਰਾਂਗੇ, ਔਰ ਫਿਰ ਹੀ ਫਾਈਨਲ ਫੈਸਲਾ ਕੱਲ ਹੋਣਾ ਹੈ, ਜਦ ਤੱਕ ਲਿਖਤੀ ਨਹੀਂ ਆ ਜਾਂਦਾ। ਕੱਲ ਭਾਵ ਕਿ 9 ਦਸੰਬਰ ਨੂੰ ਹੋਏਗਾ ਸਾਰਾ? ਹਾਂ, ਕੱਲ ਫਾਈਨਲ ਹੋਏਗਾ ਸਾਰਾ, ਔਰ 9 ਦਸੰਬਰ ਨੂੰ ਹੋਏਗਾ। 10-11 ਵਜੇ ਦਾ ਟਾਈਮ ਦੇ ਦਿੱਤਾ ਸਰਕਾਰ ਨੂੰ, ਔਰ ਲਿਖਤੀ ਵੀ ਉਹਨਾਂ ਨੇ ਸਾਡੇ ਕੋਲ ਮੰਨ ਲਿਆ ਕਿ ਤੁਹਾਨੂੰ ਸ਼ਾਇਦ ਦੇਰ ਰਾਤ ਤੱਕ, ਤਾਂ ਹਾਲੇ ਤੱਕ ਤਾਂ ਆਇਆ ਨਹੀਂ, ਹੋ ਸਕਦਾ ਸਵੇਰ ਤੱਕ ਆ ਜਾਵੇ। ਜੇ ਸਵੇਰ ਤੱਕ ਆ ਗਿਆ ਤੇ ਫਿਰ ਅਸੀਂ ਫਾਈਨਲ ਇੱਕ ਮੀਟਿੰਗ ਕਰਾਂਗੇ ਐਸਕੇਐਮ ਦੀ ਕੱਲ, ਔਰ ਇਹਦੀ ਕਿਸ ਤਰ੍ਹਾਂ ਰੂਪਰੇਖਾ ਬਦਲਣੀ ਹੈ, ਅੰਦੋਲਨ ਨੂੰ ਜਾਰੀ ਰੱਖਣਾ। ਕਿਉਂਕਿ ਐਮਐਸਪੀ ਦੀ ਮੰਗ ਹਾਲੇ ਸਾਡੀ ਵਿੱਚ ਵਿਚਾਲੀ ਆ, ਕਮੇਟੀ ਬਣੀ ਆ, ਔਰ ਕਮੇਟੀ ਬਣਨ ਤੋਂ ਬਾਅਦ ਦੇ ਵਿੱਚ ਦੀ ਕੀ ਰੂਪਰੇਖਾ, ਇਹਦੀ ਸਮਾਂ ਸੀਮਾ ਕੀ ਹੋ, ਸਾਰਾ ਕੁਝ ਹਾਲੇ ਨਿਸ਼ਚਿਤ ਹੋਣਾ ਆ। ਔਰ ਫਸਲਾਂ ਦੀ ਗਾਰੰਟੀ ਇਹ ਆਪਾਂ ਖਰੀਦ ਜਿਹੜੀ ਆ ਉਹ ਚਾਲੂ ਕਰਵਾਉਣੀ ਆ। ਹਾਲੇ ਲੰਬਾ ਜਿਹੜਾ ਵਿਸ਼ਾ ਆ, ਵੱਖ-ਵੱਖ ਰਾਜਾਂ ਦਾ ਵਿਸ਼ਾ ਆ, ਔਰ ਰਾਜਾਂ ਦੇ ਵਿੱਚ ਜਾ ਕੇ ਜਿਸ ਤਰ੍ਹਾਂ ਕਈ ਰਾਜਾਂ ਦੇ ਵਿੱਚ ਮੱਕਾ ਬਹੁਤ ਜ਼ਿਆਦਾ ਹੁੰਦਾ ਆ, ਬਾਜਰਾ ਹੁੰਦਾ ਆ, ਸੂਰਜਮੁਖੀ ਹੁੰਦੀ ਹੈ, ਦਾਲਾਂ ਹੁੰਦੀਆਂ, ਤੇਲ ਪਦਾਰਥ ਹੁੰਦੇ ਆ, ਵੱਖ-ਵੱਖ 23-24 ਫਸਲਾਂ ਹੁੰਦੀਆਂ, ਤੇ ਉਹ ਸਾਰੇ ਦਾ ਜਾਇਜ਼ਾ ਲੈ ਕੇ ਫਿਰ ਇੱਕ ਜਿਹੜੀ ਇਹ ਕਮੇਟੀ ਬਣਾਈ ਆ ਉਹ ਬੈਠ ਕੇ ਵਿਚਾਰ ਵਟਾਂਦਰਾ ਕਰਕੇ ਫਿਰ ਫਾਈਨਲ ਫੈਸਲੇ ਨੂੰ ਮੇਰਾ ਖਿਆਲ ਆ ਕਿ 7-8 ਮਹੀਨੇ ਦੇ ਕਰੀਬ ਜਿਹੜਾ ਇਹ ਸਾਰਾ ਐਮਐਸਪੀ ਦਾ ਜਿਹੜਾ ਮੁੱਦਾ ਸੁਲਝ ਜਾਊਗਾ। ਚਲੋ ਆਸ ਕਰਦੇ ਹਾਂ ਕਿ ਲੋਕਾਂ ਦੀ, ਜਿੰਨੇ ਵੀ ਸੰਸਾਰ ਦੇ ਲੋਕ ਨੇ, ਉਹਨਾਂ ਦੀ ਅੱਖਾਂ ਸਿਰਫ ਤੁਹਾਡੇ ਮੋਰਚੇ ਵੱਲ ਨਹੀਂ, ਉਹਨਾਂ ਦੀ ਆਸ ਇੱਥੇ ਮੋਰਚੇ ਵੱਲ ਹੈ। ਕਿਉਂਕਿ ਭਾਵੇਂ ਉਹ ਦੇਸਾਂ ਪ੍ਰਦੇਸਾਂ ਵਿੱਚ ਰਹਿੰਦੇ ਨੇ, ਪਰ ਉਹਨਾਂ ਦੀ ਆਸ ਇੱਥੇ ਇਸ ਸਮੇਂ ਕਿਸਾਨਾਂ ਦੇ ਮੇਨ ਮੈਂਬਰਾਂ ਤੇ ਸੰਯੁਕਤ ਮੋਰਚੇ ਦੇ ਜਿਹੜੇ ਮੇਨ ਮੈਂਬਰ ਹੈਗੇ ਨੇ ਉਹਨਾਂ ਦੇ ਉੱਪਰ ਟਿਕੇ ਕਿ ਉਹ ਆਪਣੀ ਆਵਾਮ ਦੇ ਵਾਸਤੇ ਕਿਹੜੇ ਫੈਸਲੇ ਚੁਣਨਗੇ ਤੇ ਕਿਹੜੇ ਫੈਸਲੇ ਲੈਣਗੇ। ਕਿਉਂਕਿ ਸਵਾਲ ਇੱਕ ਦਿਨ ਦਾ ਨਹੀਂ ਹੈ, ਸਵਾਲ ਆਉਣ ਵਾਲੀਆਂ ਪਨੀਰੀਆਂ ਦਾ, ਆਉਣ ਵਾਲੇ ਸਮਿਆਂ ਦੇ ਵਿੱਚ ਕੀ ਕੁਝ ਹੋਣਾ ਉੱਥੇ ਉਹਦਾ ਹੈਗਾ। ਸੋ ਜੋ ਵੀ ਇਹ ਫੈਸਲਾ ਕਰਨਗੇ, ਕੱਲ 11 ਵਜੇ ਆਪ ਜੀ ਦੱਸ ਰਹੇ ਸੀ 9 ਦਸੰਬਰ ਨੂੰ 11 ਵਜੇ ਫੈਸਲੇ ਦਾ ਪਤਾ ਲੱਗੇਗਾ। 9 ਦਸੰਬਰ 2021 ਨੂੰ ਪਤਾ ਲੱਗੇਗਾ ਕਿ ਸਰਕਾਰ ਕਿਹੜੇ ਪੇਪਰਾਂ ਤੇ ਕੀ ਅੱਗੇ ਉਹਨਾਂ ਦੀ ਅੱਗੇ ਕਾਰਵਾਈ ਚੱਲਣੀ ਹੈ ਜਾਂ ਕੀ ਉਹਨਾਂ ਨੇ ਅੱਗੇ ਮੈਸੇਜ ਦੇਣਾ ਹੈਗਾ। ਸੋ ਜਿੰਨੀ ਦੇਰ ਉਹਨਾਂ ਨੇ ਲਿਖਤੀ ਵੈਸੇ ਪ੍ਰਪੋਜ਼ਲ ਸਾਨੂੰ ਜਿਹੜੀ ਆ ਕੱਚੀ ਭੇਜ ਦਿੱਤੀ ਅੱਜ, ਉਹਦੇ ਵਿੱਚ ਫਾਈਨਲ ਜੋ ਅਸੀਂ ਕਿੰਤੂ ਪਰੰਤੂ ਕੱਲ ਬੀਤੇ ਕੱਲ ਵੀ ਮੀਟਿੰਗ ਹੋਈ ਸੀ, ਔਰ ਜੋ ਉਹਦੇ ਵਿੱਚ ਘਾਟਾਂ ਸੀ, ਕਮੀਆਂ ਸੀ, ਉਹ ਆਪਾਂ ਲਿਖ ਕੇ ਸਰਕਾਰ ਨੂੰ ਭੇਜ ਦਿੱਤੀਆਂ ਸੀ। ਔਰ ਅੱਜ ਆਪ ਜੀ ਨੇ ਕਿਹੜੀ ਕਮੀਆਂ ਦੇ ਬਾਰੇ ਜ਼ਿਕਰ ਕੀਤਾ ਸੀ? ਦੇਖੋ ਇਸ ਤਰ੍ਹਾਂ ਸੀ, ਉਹਨਾਂ ਨੇ ਕਿਹਾ ਸੀ ਅੰਦੋਲਨ ਨੂੰ ਸਮਾਪਤ ਕਰੋ ਤੇ ਬਾਅਦ ਦੇ ਵਿੱਚ ਜਿਹੜੇ ਅਸੀਂ ਪਰਚੇ ਵਾਪਸ ਲਵਾਂਗੇ। ਦੇਖੋ ਇਹ ਕੰਡੀਸ਼ਨ ਲਾ ਕੇ ਕਦੀ ਇਹ ਜਿਹੜੇ ਸਮਝੌਤੇ ਨਹੀਂ ਹੁੰਦੇ,
ਅਸੀਂ ਕਿਹਾ ਸੀ ਤੁਸੀਂ ਸਾਰੇ ਪਰਚੇ ਐਨਆਈਏ ਦੇ ਨੋਟਿਸਾਂ ਦੀ ਵਿੱਚ ਗੱਲ ਰਹਿ ਗਈ ਸੀ, ਕਾਲੀ ਸੂਚੀ ਦੀ ਗੱਲ ਵਿੱਚ ਰਹਿ ਗਈ ਸੀ। ਕਾਲੀ ਸੂਚੀ ਦੇ ਵਿੱਚ ਦੇਖੋ ਐਨਆਰਆਈ ਵੀਰਾਂ ਦੇ ਸਾਡੇ ਇਹ ਨਾਂ ਪਾ ਦਿੱਤੇ ਗਏ ਆ। ਉਹਨਾਂ ਨੇ ਵਿਦੇਸ਼ਾਂ ਤੋਂ ਜਦੋਂ ਆਪਣੇ ਇਹ ਭਾਰਤ ਨੂੰ ਪਰਤਦੇ, ਆਪਣੇ ਦੇਸ਼ ਨੂੰ ਪਰਤਦੇ ਆ, ਤੇ ਉਹਨਾਂ ਨੂੰ ਰੋਕ ਦਿੱਤਾ ਗਿਆ, ਵਾਪਸ ਉਹਨਾਂ ਦੇ ਵਾਪਸ ਭੇਜ ਦਿੱਤਾ ਗਿਆ। ਕਿਸੇ ਨੂੰ ਅਮਰੀਕਾ ਭੇਜਿਆ ਗਿਆ, ਕਿਸੇ ਨੂੰ ਇੰਗਲੈਂਡ ਭੇਜਿਆ ਗਿਆ। ਤੇ ਉਹ ਸਾਡੇ ਵਾਸਤੇ ਬੜੇ ਸ਼ਰਮ ਦੀ ਗੱਲ ਸੀਗੀ ਕਿ ਇਸ ਅੰਦੋਲਨ ਦੇ ਵਿੱਚ ਜਿਹੜੇ ਸਾਡੇ ਭਰਾਵਾਂ ਭੈਣਾਂ ਨੇ ਸਹਿਯੋਗ ਦਿੱਤਾ ਆ, ਤੇ ਉਹਨਾਂ ਨੂੰ ਟੌਰਚਰ ਕਰ ਰਹੀ ਹੈ ਸਰਕਾਰ। ਐਨਆਈਏ ਦੇ ਨੋਟਿਸ ਦੇਖੋ, ਸਮਾਜਿਕ ਧਾਰਮਿਕ ਜਥੇਬੰਦੀਆਂ ਨੂੰ ਭੇਜੇ ਗਏ, ਜਿਨ੍ਹਾਂ ਨੇ ਬੱਸਾਂ ਇਸ ਅੰਦੋਲਨ ਦੇ ਵਿੱਚ ਫ੍ਰੀ ਦੇ ਵਿੱਚ ਭੇਜੀਆਂ, ਉਹਨਾਂ ਨੂੰ ਭੇਜ ਦਿੱਤੇ ਗਏ ਆ। ਕਿਤੇ ਨਾ ਕਿਤੇ ਹਰੇਕ ਸੰਸਥਾਵਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਆ, ਤਾਂ ਜੋ ਇਸ ਅੰਦੋਲਨ ਦਾ ਸਾਥ ਛੱਡ ਦੇਣ। ਪਰ ਅੱਜ ਸਾਡਾ ਵੀ ਫਰਜ਼ ਬਣਦਾ ਸੀ ਕਿ ਜਿੰਨੇ ਵੀ ਸਾਡੇ ਨਾਲ ਜੁੜੇ ਆ, ਬੇਸ਼ੱਕ ਐਨਆਈਏ ਦੇ ਨੋਟਿਸ ਆ, ਕਾਲੀ ਸੂਚੀ 'ਚ ਨਾਂ ਆ, ਜਾਂ ਪੂਰਨ ਜਿੰਨੇ ਵੀ ਸਾਡੇ ਕੇਸ ਦਰਜ ਹੋਏ ਆ, ਹੁਣ ਛੋਟੇ ਛੋਟੇ ਨੌਜਵਾਨ ਆ, ਬੱਚੇ ਆ ਜਿਹੜੇ ਇਸ ਅੰਦੋਲਨ 'ਚ ਆਏ ਆ, ਬਜ਼ੁਰਗ ਆ, ਔਰ ਸਾਡੇ ਨੌਜਵਾਨਾਂ ਦਾ ਭਵਿੱਖ ਤਾਂ ਹਲੇ ਬਾਕੀ ਆ ਆਉਣ ਵਾਲਾ। ਉਹਨਾਂ ਨੇ ਪਤਾ ਨਹੀਂ ਵਿਦੇਸ਼ਾਂ ਦੇ ਵਿੱਚ ਜਾਣਾ, ਉਹਨਾਂ ਦੀਆਂ ਇਨਕੁਆਰੀਆਂ ਰੁਕ ਜਾਣਗੀਆਂ, ਉਹਨਾਂ ਤੇ ਕੇਸ ਦਰਜ ਹੋ ਜਾਣਗੇ। ਕਿਤੇ ਨਾ ਕਿਤੇ ਬਹੁਤ ਵਿਚਾਰ ਵਟਾਂਦਰਾ ਕਰਕੇ ਜਿਹੜਾ ਫੈਸਲਾ ਲਿਆ ਗਿਆ ਹੈ ਕਿ ਸਾਰੇ ਜਿਹੜੇ ਆ ਪਰਚੇ ਰੱਦ ਕਰਕੇ, ਤੇ ਉਹ ਇੱਕ ਕੰਡੀਸ਼ਨ ਉਹ ਸੀ, ਉਹ ਉਹਨਾਂ ਨੇ ਅੱਜ ਪੂਰੀ ਕਰ ਦਿੱਤੀ ਆ ਕਿ ਸਾਰੇ ਪਰਚੇ ਜਿਹੜੇ ਆ ਬਿਨਾਂ ਸ਼ਰਤ ਤੋਂ ਇਹ ਰੱਦ ਕਰ ਦੇਣੇ ਆ। ਬਿਨਾਂ ਕੰਡੀਸ਼ਨ ਤੋਂ, ਬਿਨਾਂ ਸ਼ਰਤ ਤੋਂ ਉਹ ਸਾਰੇ ਪਰਚੇ ਰੱਦ ਕੀਤੇ ਜਾਣਗੇ। ਹਾਂ ਜੋ ਜਿਹੜੇ ਟਰੱਕ ਜ਼ਬਤ ਕੀਤੇ ਗਏ ਸਨ, ਉਹਨਾਂ ਦੇ ਬਾਰੇ ਵੀ ਉਹਨਾਂ ਨੇ ਕੁਝ ਆਪਣੀ ਟਿੱਪਣੀ ਕੀਤੀ, ਕੁਝ ਦੱਸਿਆ ਉਹਦੇ ਬਾਰੇ? ਦੇਖੋ ਟਰੈਕਟਰ ਕੁਝ ਅੰਦਰ ਨੇ ਜੀ, ਉਹਨਾਂ ਨੂੰ ਵੀ ਛਡਾਉਣ ਦੀ ਗੱਲ ਕੀਤੀ ਆ, ਔਰ ਉਹਨਾਂ ਨੇ ਵੀ ਕਿਹਾ ਇਹਦੇ ਕਾਗਜ਼ ਪੱਤਰ ਲੈ ਕੇ ਆਓ, ਵੀ ਅਸੀਂ ਜਿਹੜੇ ਆ ਛੱਡ ਕੇ ਕਿਸਾਨਾਂ ਨੂੰ ਦੇ ਦਿੰਦੇ। ਸਾਰਾ ਤਕਰੀਬਨ ਕਰ ਕਰਾ ਕੇ ਸਾਰਾ ਕੁਝ ਹੋ ਗਿਆ ਆ, ਔਰ ਹੁਣ ਵੀ ਕੋਈ ਵੀ ਐਡਾ ਕਿੰਤੂ ਪਰੰਤੂ ਨਹੀਂ ਰਹਿ ਗਿਆ ਇਹਦੇ ਵਿੱਚ। ਮੁਆਵਜ਼ੇ ਦੀ ਮੰਗ ਹਾਲੇ ਤੱਕ ਹਰਿਆਣਾ ਦੇ ਸੀਐਮ ਸਾਹਿਬ ਨਾਲ, ਖੱਟੜ ਸਾਹਿਬ ਨਾਲ ਹੋਈ ਸੀ, ਹਰਿਆਣੇ ਦੇ ਕਿਸਾਨਾਂ ਦੀ ਜਥੇਬੰਦੀਆਂ ਦੀ ਮੀਟਿੰਗ ਪਿੱਛੇ ਜੇ, ਪਰ ਉਹਨਾਂ ਨੇ ਕਲੀਅਰ ਨਹੀਂ ਸੀ ਦੱਸਿਆ ਕਿ ਕਿੰਨਾ ਮੁਆਵਜ਼ਾ ਅਸੀਂ ਦੇਣਾ ਆ ਕਿਸਾਨਾਂ ਨੂੰ। ਪਰ ਸਾਡੀ ਇਹ ਮੰਗ ਸੀ ਕਿ ਪੰਜਾਬ ਦੀ ਤਰਜ਼ ਤੇ ਤੁਸੀਂ ਦੇ ਦਿਓ, ਜਿਸ ਤਰ੍ਹਾਂ ਪੰਜਾਬ ਸਰਕਾਰ ਨੇ 5-5 ਲੱਖ ਰੁਪਈਆ ਪ੍ਰਤੀ ਪਰਿਵਾਰ ਨੂੰ ਦੇ ਦਿੱਤਾ, ਸ਼ਹੀਦਾਂ ਦੇ ਪਰਿਵਾਰ ਨੂੰ, ਇਸ ਤਰ੍ਹਾਂ ਤੁਸੀਂ ਦੇ ਦਿਓ। ਤੇ ਉਹ ਵੀ ਮੰਨ ਲਿਆ ਉਹਨਾਂ ਨੇ ਕਿ ਉਹ ਵੀ ਅਸੀਂ ਦੇ ਦਿੰਨੇ ਆ। ਤੇ ਬਸ ਇਹ 2-3 ਮੰਗਾਂ ਸੀ ਅੱਜ ਉਹ ਸਾਰਾ ਤਕਰੀਬਨ ਫਾਈਨਲ ਹੋ ਕੇ ਉਹਨਾਂ ਨੇ ਪ੍ਰਪੋਜ਼ਲ ਭੇਜ ਦਿੱਤੀ ਆ। ਤੇ ਸਾਡੇ ਪੂਰੇ ਐਸਕੇਐਮ ਵੱਲੋਂ ਦੇਖੋ ਸਾਰੀਆਂ ਸਟੇਟਾਂ ਦੇ ਲੋਕ ਇਸ ਅੰਦੋਲਨ ਨਾਲ ਜੁੜੇ ਹੋਏ। ਅੱਜ ਪੂਰੇ ਐਸਕੇਐਮ ਦੀ ਮੀਟਿੰਗ ਸੀ, ਜਦੋਂ ਪ੍ਰਪੋਜ਼ਲ ਪੜ੍ਹੀ ਤੇ ਸਾਰਿਆਂ ਨੇ ਸਹਿਮਤੀ ਦੇ ਦਿੱਤੀ ਹੈ। ਤੇ ਉਹ ਸਹਿਮਤੀ ਦੇਣ ਤੋਂ ਬਾਅਦ ਵਾਪਸ ਅਸੀਂ ਜਿਹੜੀ ਆ ਚਿੱਠੀ ਸਰਕਾਰ ਨੂੰ ਭੇਜ ਦਿੱਤੀ ਆ ਕਿ ਤੁਸੀਂ ਇਹਨੂੰ ਆਪਣੇ ਲੀਗਲ ਪੇਪਰ ਤੇ ਲਿਖ ਕੇ ਤੇ ਤੁਸੀਂ ਇਹ ਤੇ ਸਟੈਂਪ ਕਰਕੇ ਤੇ ਸਾਨੂੰ ਸਾਈਨ ਕਰਕੇ ਵਾਪਸ ਭੇਜੋ, ਤੇ ਤਾਂ ਜੋ ਅਸੀਂ ਦੁਬਾਰਾ ਕੱਲ 11-12 ਵਜੇ ਮੀਟਿੰਗ ਕਰਕੇ ਇਹਨੂੰ ਜਿਹੜਾ ਅਮਲੀ ਜਾਮਾ ਪਹਿਨਾ ਸਕੀਏ। ਤੁਹਾਨੂੰ ਕਿੰਨੇ % ਯਕੀਨ ਹੈ ਕਿ ਕੱਲ ਨੂੰ ਤੁਹਾਨੂੰ ਪੇਪਰ ਸਿਗਨੇਚਰ ਹੋ ਕੇ ਮਿਲ ਜਾਣਗੇ? ਯਕੀਨ ਦੀ ਕਿਹੜੀ ਗੱਲ ਕਰਦੇ ਆ, ਯਕੀਨ ਤਾਂ ਚਲੋ ਸਰਕਾਰ ਤੋਂ ਉੱਠ ਹੀ ਚੁੱਕਾ ਆ, ਪਰ ਉਹਨਾਂ ਦੀ ਮਜਬੂਰੀ ਬਣ ਗਈ ਹੈ। ਹੁਣ ਸਰਕਾਰ ਹਾਰ ਚੁੱਕੀ ਹੈ ਇਸ ਅੰਦੋਲਨ ਦੇ ਸਾਹਮਣੇ। ਬੇਸ਼ੱਕ ਬੜੀ ਅੜੀ ਕੀਤੀ ਸਰਕਾਰ ਨੇ, ਮੋਦੀ ਸਾਹਿਬ ਨੇ ਜਿੰਨੇ ਬਿੱਲ ਲਿਆਂਦੇ ਵਾਪਸ ਨਹੀਂ ਲਏ, ਪਰ ਇੱਕ ਮਜਬੂਰੀ ਬਣਾ ਦਿੱਤੀ ਹੈ ਇਸ ਅੰਦੋਲਨ ਨੇ, ਇੱਕ ਇਤਿਹਾਸ ਰਚ ਦਿੱਤਾ ਹੈ ਇਸ ਅੰਦੋਲਨ ਨੇ। ਪੂਰਾ ਦੇਸ਼, ਪੂਰਾ ਆਵਾਮ ਇਸ ਅੰਦੋਲਨ ਦੇ ਨਾਲ ਸੀ। ਪਰ ਜਿਹੜੇ ਲੋਕ ਕਹਿੰਦੇ ਸੀਗੇ ਕਿ ਮੋਦੀ ਹੈ ਤਾਂ ਮੁਮਕਿਨ ਹੈ, ਉਹ ਹੁਣ ਕਹਿਣਗੇ ਕਿਸਾਨ ਹੈ ਤਾਂ ਮੁਮਕਿਨ ਹੈ, ਆਵਾਮ ਹੈ ਤਾਂ ਮੁਮਕਿਨ ਹੈ। ਕਿਤੇ ਨਾ ਕਿਤੇ ਤਾਂ ਆਵਾਮ ਦੀ ਜਿੱਤ ਹੋਈ ਆ, ਪੂਰੇ ਦੇਸ਼ ਦੀ ਜਿੱਤ ਹੋਈ ਆ। ਮੋਦੀ ਹਾਰਿਆ ਆ, ਬੀਜੇਪੀ ਹਾਰੀ ਆ, ਭਾਜਪਾ ਸਰਕਾਰ ਹਾਰੀ ਆ। ਬਹੁਤ ਵੱਡਾ ਇੱਕ ਮੈਂ ਕਹਿੰਦਾ ਇੱਕ ਜਿੱਤ ਹੋਈ ਆ, ਸਿੱਖ ਕੌਮ ਦੀ ਜਿੱਤ ਹੋਈ ਆ, ਪੰਜਾਬ ਦੀ ਜਿੱਤ ਹੋਈ ਆ, ਸਾਡੀ ਪਗੜੀ ਦੀ ਜਿੱਤ ਹੋਈ ਆ। ਬੜੇ ਫਖਰ ਦੀ ਗੱਲ ਆ। ਬਾਕੀ ਯਕੀਨ ਵਾਲੀਆਂ ਭੈਣ ਜੀ ਕੋਈ ਗੱਲਾਂ ਨਹੀਂ ਨਾ ਤੇ, ਔਰ ਇਸੇ ਕਰਕੇ ਅਸੀਂ ਧਰਨਾ ਅੱਜ ਸਮਾਪਤ ਨਹੀਂ ਕੀਤਾ। ਇਹ ਜਦੋਂ ਲਿਖਤੀ ਆ ਜਾਏਗਾ ਉਦੋਂ ਹੀ ਅਸੀਂ ਇਹਨੂੰ ਧਰਨੇ ਨੂੰ ਸਮਾਪਤ ਕਰਾਂਗੇ, ਤੇ ਉਸ ਵੇਲੇ ਅਸੀਂ ਅਗਲੀ ਐਸਕੇਐਮ ਵੱਲੋਂ ਅੰਦੋਲਨ ਦੀ ਨਵੀਂ ਰੂਪਰੇਖਾ ਦਵਾਂਗੇ ਆਪਣੇ ਐਸਕੇਐਮ ਵੱਲੋਂ ਆਪਣੇ ਕਿਸਾਨਾਂ ਨੂੰ, ਆਪਣੇ ਕੇਡਰ ਨੂੰ, ਤਾਂ ਜੋ ਜਿਹੜਾ ਅੰਦੋਲਨ ਹੈ ਦੀ ਰੂਪਰੇਖਾ ਬਦਲੀ ਜਾ ਸਕੇ। ਹੋ ਸਕਦਾ ਅਸੀਂ ਆਪਣੀਆਂ ਸਟੇਟਾਂ ਦੇ ਵਿੱਚ ਜਾ ਕੇ ਅਗਲੇ ਧਰਨਿਆਂ ਦੀ ਅਨਾਉਂਸ ਕਰੀਏ, ਕੋਈ ਅਗਲੇ ਅੰਦੋਲਨ ਦਾ ਅਨਾਉਂਸ ਕਰੀਏ। ਉਹ ਕੱਲ ਜਿਹੜਾ ਇੱਕ ਫਾਈਨਲ ਹੋ ਕੇ ਉਸ ਤੋਂ ਬਾਅਦ ਫਤਿਹ ਮਾਰਚ ਕਰਦੇ ਅਸੀਂ ਆਪਣੇ ਪੰਜਾਬ ਨੂੰ ਜਾਣਾ ਆ, ਦੂਜੀਆਂ ਸਟੇਟਾਂ ਨੂੰ ਜਾਣਾ ਆ, ਉਹ ਵੀ ਅਸੀਂ ਇੱਕ ਪ੍ਰੋਗਰਾਮ ਰੱਖਿਆ ਹੋਇਆ। ਬਿਲਕੁਲ ਜੀ, ਬਹੁਤ ਲੰਮੇ ਸਮੇਂ ਤੋਂ, ਅਰਸੇ ਸਮੇਂ ਤੋਂ, ਇੱਕ ਪੂਰਾ 1 ਸਾਲ ਤੋਂ ਉੱਪਰ ਟੱਪ ਗਿਆ। 26 ਨਵੰਬਰ ਤੋਂ ਇਹ ਧਰਨਾ ਲੱਗਾ ਸੀ। ਜਿਵੇਂ ਕਿਸਾਨ ਦੱਸ ਰਹੇ ਨੇ ਕਿ ਇਹਨਾਂ ਨੇ 6 ਮਹੀਨੇ ਪਹਿਲੇ ਹੀ ਧਰਨੇ ਦੀਆਂ ਤਿਆਰੀਆਂ ਕੀਤੀਆਂ ਸੀ। ਇੱਕ ਲੰਮੇ ਅਰਸੇ ਤੋਂ ਬਾਅਦ ਜਿੰਨੇ ਵੀ ਕਿਸਾਨ ਬੋਰਡਰਾਂ ਤੇ ਬੈਠੇ ਸਨ, ਸਿਰਫ ਇੱਕ ਕੱਲ ਦਾ ਇੰਤਜ਼ਾਰ ਹੈ, ਕੱਲ ਦੀ ਦੇਰੀ ਕਿ ਕੱਲ ਸਰਕਾਰ ਵੱਲੋਂ ਕੀ ਐਲਾਨ ਹੁੰਦਾ ਹੈ,
ਕੀ ਮਨਜ਼ੂਰ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਇਹ ਕਿਸਾਨ ਆਪਣੇ ਘਰਾਂ ਨੂੰ ਮੁੜ ਕੇ ਪਰਤਣ ਦਾ ਐਲਾਨ ਕਰਨਗੇ। ਹਲੇ ਵੀ ਐਕਸਾਈਟਮੈਂਟ ਸੂਈ ਉੱਥੇ ਅਟਕੀ ਹੋਈ ਹੈ। ਕੱਲ 9 ਦਸੰਬਰ 2021 ਨੂੰ 11 ਵਜੇ ਜਿਹੜੀ ਕਿ ਇਹਨਾਂ ਦੀ ਇੱਕ ਖਾਸ ਮੀਟਿੰਗ ਹੋਏਗੀ MP ਦੇ ਨਾਲ, ਮੰਤਰੀ ਦੇ ਨਾਲ, ਤੇ ਉਹ ਜਿਹੜੇ ਚਿੱਠੀ ਪੱਤਰ ਮਿਲੇਗਾ ਉਸ ਤੋਂ ਬਾਅਦ ਹੀ ਫੈਸਲਾ ਲਿਆ ਜਾਏਗਾ। ਹਲੇ ਵੀ ਇੱਕ ਰਾਤ ਦਾ ਸਮਾਂ ਵਿੱਚ ਹੈਗਾ, ਪੂਰੇ 12 ਘੰਟੇ ਕਾਊਂਟਡਾਊਨ ਚੱਲਣ ਲੱਗਾ ਤੇ ਕਿਸਾਨਾਂ ਦੇ ਮਨ ਵਿੱਚ ਵੀ ਬਹੁਤ ਜ਼ਿਆਦਾ ਸਵਾਲ ਹੋਣਗੇ ਕਿ ਸਰਕਾਰ ਅਗਲਾ ਕਦਮ ਕੀ ਚੁੱਕੇਗੀ। ਜੇ ਦੇਖਿਆ ਜਾਵੇ ਕਿ ਸਰਕਾਰ ਨੂੰ 1 ਸਾਲ ਤੋਂ ਉੱਪਰ ਲੱਗ ਗਿਆ ਇਹ ਕਾਲੇ ਕਾਨੂੰਨ ਵਾਪਸ ਲੈਣ ਨੂੰ। ਇਹਦੇ ਵਿੱਚ ਰਾਜ਼ ਕੀ ਹੈ, ਹਾਲੇ ਕਈ ਗੁੱਥੀਆਂ ਹੋਰ ਖੁੱਲਣਗੀਆਂ, ਕਈ ਰਾਜ਼ ਹੋਰ ਵਿੱਚ ਨਿਕਲਣਗੇ ਕਿ ਜਿਹੜੇ ਕਾਨੂੰਨ ਬਣਾਏ ਸੀਗੇ ਉਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੇ ਪਿੱਛੇ ਕਾਰਨ ਕੀ, ਰੀਜ਼ਨ ਕੀ ਸਨ। ਇੱਥੇ ਤਾਂ ਹਾਲੇ ਹੁਣ ਇਹਨਾਂ ਨੇ ਵਾਪਸ ਲੈਣੇ ਤੇ ਬਾਕੀ ਦੀਆਂ ਗੁੱਥੀਆਂ ਕੁਝ ਕੱਲ ਖੁੱਲਣਗੀਆਂ ਤੇ ਕੁਝ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਹੋਏਗਾ। ਤੇ ਸੋ ਇਹ ਸਾਰਾ ਆਵਾਮ ਤੇ ਸਮੁੱਚੇ ਜਗਤ ਤੇ ਜਾਂਦਾ, ਜਿੱਥੇ ਜਿੱਥੇ ਵੀ ਆਵਾਜ਼ ਪਾਵੇ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਈਵਨ ਕਿ ਯੂਰਪ ਤੋਂ ਵੀ ਗੋਰਿਆਂ ਵੱਲੋਂ, ਜਰਮਨ ਵੱਲੋਂ, ਪੈਰਿਸ ਵੱਲੋਂ, UK ਵੱਲੋਂ, ਉਹਨਾਂ ਵੱਲੋਂ ਵੀ ਕਾਫੀ ਵੱਡਾ ਹਾਂ ਦਾ ਨਾਰਾ ਮਿਲਿਆ ਸੀਗਾ ਇਸ ਸੰਯੁਕਤ ਕਿਸਾਨੀ ਅੰਦੋਲਨ ਦੇ ਵਿੱਚ। ਸੋ ਜਿੱਥੇ ਕਿ ਇਹ ਫਤਿਹ ਇਹਨਾਂ ਨੇ ਪਾਈ ਹੈਗੀ ਹੈ। ਆਪਾਂ ਕੱਲ ਤੱਕ ਇੰਤਜ਼ਾਰ ਕਰਦੇ ਹਾਂ, ਆਸ ਕਰਾਂਗੇ ਕਿ ਕੱਲ ਇੱਕ ਵਾਰ ਫਿਰ ਤੁਹਾਡੇ ਨਾਲ ਸਾਡੀ ਗੱਲਬਾਤ ਹੋ ਜਾਵੇ। ਜੇ ਹੋ ਸਕੇ ਤਾਂ ਉੱਥੇ ਦਾ ਕੋਈ ਲਾਈਵ ਵੇਰਵਾ ਤੁਹਾਡੇ ਨਾਲ ਆਪਾਂ ਗੱਲ ਕਰਾਂਗੇ। ਹਾਂਜੀ ਚਲੋ, ਮੈਂ ਧੰਨਵਾਦ ਕਰਨਾ ਚਾਹੁੰਦਾ ਆ ਪੂਰੇ ਦੇਸ਼ ਵਾਸੀਆਂ ਦਾ ਜੀ ਕਿ ਜਿਨ੍ਹਾਂ ਨੇ ਇਸ ਅੰਦੋਲਨ 'ਚ ਸਾਨੂੰ ਸਹਿਯੋਗ ਦਿੱਤਾ, NRI ਵੀਰਾਂ ਨੇ ਸਹਿਯੋਗ ਦਿੱਤਾ, ਔਰ ਨਾਲ ਦੀ ਨਾਲ ਗੀਤਕਾਰ ਵੀਰ, ਕਲਾਕਾਰ ਵੀਰ, ਜਿਸ ਤਰ੍ਹਾਂ ਰੋਮੀ ਵੈਂਸ ਜੀ ਸਾਡੇ ਖਰਲਾਂ ਤੋਂ ਆ, ਲੋਕਲ ਸਾਡੇ ਟਾਂਡੇ ਲਾਗੇ ਆ, ਹੁਣ USA ਦੇ ਵਿੱਚ ਰਹਿ ਰਹੇ ਆ, ਔਰ ਉਹਨਾਂ ਦੀ ਕਲਮ ਤੋਂ ਲਿਖਿਆ ਇੱਕ ਇੱਕ ਲਫ਼ਜ਼, ਇੱਕ ਇੱਕ ਸ਼ਬਦ ਨੇ ਇਸ ਅੰਦੋਲਨ ਦੇ ਵਿੱਚ, ਚਾਹੇ ਕਿ ਉਹ ਕਵੀਸ਼ਰੀ ਦੇ ਰੂਪ ਦੇ ਵਿੱਚ ਹੋਵੇ, ਚਾਹੇ ਉਹ ਕਵਿਤਾਵਾਂ ਦੇ ਰੂਪ ਦੇ ਵਿੱਚ ਹੋਵੇ, ਚਾਹੇ ਉਹ ਗਾਣਿਆਂ ਦੇ ਰੂਪ ਦੇ ਵਿੱਚ ਹੋਵੇ, ਔਰ ਬਹੁਤ ਜਿਹੜਾ ਇਸ ਅੰਦੋਲਨ ਨੂੰ ਬਲ ਮਿਲਿਆ ਇਹਨਾਂ ਵੀਰਾਂ ਨੇ, ਜੋ ਕਲਮ ਤੋਂ ਗੀਤਕਾਰਾਂ ਨੇ ਲਿਖਿਆ ਆ, ਸਹਿਯੋਗ ਦਿੱਤਾ ਆ। ਸਾਡੇ ਕੋਲ ਹੋਰ ਵੀ ਬਹੁਤ ਗਾਇਕ ਵੀਰ ਵੀ ਇਸ ਅੰਦੋਲਨ ਦੇ ਵਿੱਚ ਆਏ ਨੇ, ਔਰ ਸਾਰਿਆਂ ਨੇ ਇਹ ਬੜਾ ਸਹਿਯੋਗ ਦਿੱਤਾ। ਕਿਸਾਨੀ ਨੂੰ ਰੰਗ ਐਸੇ ਦੇ ਵਿੱਚ ਰੰਗਿਆ, ਗੀਤਾਂ ਦੇ ਇੱਕ ਜਰੀਏ ਨਾਲ ਇਸ ਤਰ੍ਹਾਂ ਲੋਕਾਂ ਦੇ ਵਿੱਚ ਪੇਸ਼ ਕੀਤਾ ਕਿ ਉਹ ਬੜਾ ਨੌਜਵਾਨਾਂ ਨੂੰ ਬਲ ਮਿਲਿਆ, ਔਰ ਉਹਨਾਂ ਨੇ ਗਾਣੇ ਲਾ ਕੇ, ਕਿਸਾਨੀ ਦੇ ਗਾਣੇ ਲਾ ਕੇ ਇਸ ਅੰਦੋਲਨ ਨੂੰ ਉਭਾਰਿਆ ਆ। ਤੇ ਮੈਂ ਸਮਝਦਾ ਕਿ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ SKM ਵੱਲੋਂ, ਔਰ NRI ਵੀਰਾਂ ਦਾ ਧੰਨਵਾਦ ਕਰਦੇ ਆ, ਦੇਸ਼ ਵਾਸੀਆਂ ਦਾ ਧੰਨਵਾਦ ਕਰਦੇ ਆ। ਤਾਂ ਆਸ ਕਰਦੇ ਆ ਕਿ ਤੁਸੀਂ ਸਾਰੇ ਜਿਸ ਤਰ੍ਹਾਂ ਸਾਡੇ ਭੈਣਾ ਭਰਾ ਮੀਡੀਆ ਵਾਲੇ ਔਰ ਸਾਨੂੰ ਇਸ ਅੰਦੋਲਨ ਦੇ ਵਿੱਚ ਸਾਥ ਦਿੱਤਾ, ਖਾਸ ਕਰ ਸਾਡੇ ਪੰਜਾਬ ਦੇ ਮੀਡੀਆ ਨੇ, ਇਹ ਇੱਕ ਬਹੁਤ ਉਹ ਅਹਿਮ ਸਮਾਂ ਸੀ ਜਦੋਂ ਇੱਕ ਤਪੱਸਿਆ ਦਾ ਸਮਾਂ ਆ ਜਾਂਦਾ। ਤਾਂ ਪਿਛਲੇ 3-4 ਮਹੀਨੇ ਬੜਾ ਤਪੱਸਿਆ ਦੇ ਸੀ, ਗਿਣਤੀ ਵੀ ਕਾਫੀ ਘਟ ਚੁੱਕੀ ਸੀ ਤੇ ਕੋਈ ਮੂਵਮੈਂਟ ਵੀ ਨਹੀਂ ਸੀ, ਕੋਈ ਅਗਾਊਂ ਕਾਲ ਵੀ ਨਹੀਂ ਸੀ, ਪਰ ਉਸ ਵੇਲੇ ਸਾਡੇ ਬਜ਼ੁਰਗ ਇੱਥੇ ਬੜੀ ਦ੍ਰਿੜਤਾ ਦੇ ਨਾਲ ਬੈਠੇ ਰਹੇ। ਪੰਜਾਬੀ ਮੀਡੀਆ ਸਾਡਾ ਇਸ ਅੰਦੋਲਨ ਦੇ ਵਿੱਚ ਬੜਾ ਦ੍ਰਿੜਤਾ ਦੇ ਨਾਲ ਸਾਡੇ ਨਾਲ ਖੜਾ ਰਿਹਾ। ਮੈਂ ਸਾਰਿਆਂ ਦਾ ਧੰਨਵਾਦ। ਕਿਤੇ ਨਾ ਕਿਤੇ ਜਿਹੜਾ ਦੂਸਰਾ ਕਹਿੰਦੇ ਹੁੰਦੇ ਆ ਵੀ ਨੈਸ਼ਨਲ ਮੀਡੀਆ ਸੀਗਾ, ਗੋਦੀ ਮੀਡੀਆ ਸੀ, ਉਹ ਸਾਡਾ ਸਾਥ ਛੱਡ ਚੁੱਕਾ ਸੀਗਾ। ਤੇ ਸਾਡੇ ਪੰਜਾਬੀ ਭਾਈਚਾਰੇ ਨੇ, ਸਾਡੇ NRI ਵੀਰਾਂ ਨੇ, ਜਿਨ੍ਹਾਂ ਨੇ ਵੀ ਇਸ ਅੰਦੋਲਨ ਦੇ ਵਿੱਚ ਸਾਡਾ ਸਾਥ ਦਿੱਤਾ, ਦਿਲੋਂ ਧੰਨਵਾਦ ਕਰਦੇ ਆ ਅਸੀਂ ਸਾਰਿਆਂ ਦਾ। ਤੇ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਾਲੇ ਸਾਡੀਆਂ ਕਿਸਾਨੀ ਦੀਆਂ ਲੜਾਈਆਂ ਹੋਰ ਵੀ ਲੜਨੇ ਵਾਲੀਆਂ ਬਾਕੀ ਹੈ। ਤੇ ਇਸੇ ਤਰ੍ਹਾਂ ਤੁਸੀਂ ਸਾਨੂੰ ਹੋਣੀਆਂ ਨੇ, ਤੇ ਪੰਜਾਬ ਦੇ ਪਾਣੀ ਦੀ ਤੇ ਆਬੋ ਹਵਾ ਦੀ ਗੱਲ ਚੱਲਣੀ ਹੈ, ਉਸ ਜੰਗ ਨੂੰ ਵੀ ਤਾਂ ਆਪਾਂ ਫਤਿਹ ਕਰਨਾ ਹੈ। ਪੰਜਾਬੀ ਮਾਂ ਬੋਲੀ ਜਿਹੜੀ ਖਤਰੇ 'ਚ, ਪੰਜਾਬੀ ਮਾਂ ਬੋਲੀ ਤੇ ਗੱਲ ਚੱਲਣੀ ਹੈ ਜਿਹੜੀ ਕਿ ਸਕੂਲਾਂ ਵਿੱਚ ਬੰਦ ਕੀਤੀ ਗਈ ਹੈਗੀ। ਸੋ ਹਲੇ ਚਰਚਾਵਾਂ ਹੋਰ ਵੀ ਹੈਗੀਆਂ ਨੇ, ਜਿੱਥੋਂ ਆਜ਼ਾਦ ਹੋਣਾ ਤੇ ਆਜ਼ਾਦੀ ਲੈਣੀ ਹੈ ਪੰਜਾਬ ਨੇ। ਸੋ ਮੈਂ ਇੱਕ ਵਾਰ ਫਿਰ ਜੰਗਵੀਰ ਸਿੰਘ ਜੀ ਦਾ ਧੰਨਵਾਦ ਕਰਦੀ ਹਾਂ ਤੇ ਆਪਾਂ ਇੰਤਜ਼ਾਰ ਕਰਦੇ ਹਾਂ ਕੱਲ ਦੇ ਉਸ ਆਖਰੀ ਮੁਕਾਮ ਤੇ ਕਿ ਕੱਲ ਨੇ ਸਰਕਾਰ ਨੂੰ ਕਿਹੜੇ ਫੈਸਲੇ ਦੇਣੇ। ਆਪਾਂ ਉਦ ਤੱਕ ਇੰਤਜ਼ਾਰ ਕਰਦੇ ਹਾਂ ਤੇ ਆਸ ਕਰਾਂਗੇ ਕਿ ਕੱਲ ਸ਼ਾਮ ਇੱਕ ਵਾਰ ਫਿਰ ਤੁਹਾਡੇ ਨਾਲ ਸਾਡੀ ਮੁਲਾਕਾਤ ਹੋ ਜਾਵੇ ਤਾਂ ਕਿ ਲੇਟੈਸਟ ਨਿਊਜ਼ ਲੋਕਾਂ ਤੱਕ, ਆਵਾਮ ਤੱਕ ਪਹੁੰਚ ਸਕੇ। ਮੈਂ ਇੱਕ ਵਾਰ ਧੰਨਵਾਦ ਕਰਦੀ ਹਾਂ ਫਿਰ ਤੁਹਾਡਾ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵੀ ਦੇਖਦੇ ਰਹੋ ਪੰਜਾਬੀ ਵਿਰਾਸਤ USA ਚੈਨਲ, ਕਮੈਂਟ ਕਰਨਾ, ਸਪੋਰਟ ਵੀ ਕਰਨੀ
ਧੰਨਵਾਦ, ਥੈਂਕ ਯੂ ਜੀ। ਤੇ ਕੱਲ ਤੱਕ ਧੰਨਵਾਦ ਜੀ, ਇੰਤਜ਼ਾਰ ਕਰਨਾ। ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ ਜੀ। ਕੀ ਫਤਿਹ।